ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਿਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਕਸਮ ਦੇ ਨੂਰ ਅਰਸੋਂ ਕੁਰਸੋਂ ਝਟਿਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਵਾਹਿਗੁਰੂ ਸਾਹਿਬ ਜੀ। ਸੋਰਠ ਮਹਲਾ ਤੀਜਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੇਵਕ ਸੇਵ ਕਰੈ ਸਭ ਤੇਰੇ ਜਿਨ ਸ਼ਬਦੈ ਸਾਧ ਆਇਆ ਗੁਰ ਕਿਰਪਾ ਤੇ ਨਿਰਮਲ ਹੋਵਾ ਜਿਨ ਵਿੱਚੋਂ ਆਪ ਗਵਾਇਆ ਅਨ ਦਿਨ ਗੁਣ ਗਾਵੈ ਨਿਤ ਸਾਚੇ ਗੁਰ ਕੈ ਸ਼ਬਦ ਸੁਹਾਇਆ ਸੇਵਕ ਸੇਵ ਕਰੈ ਸਭ ਤੇਰੀ ਜਿਨ ਸ਼ਬਦੈ ਸਾਧ ਆਇਆ ਗੁਰ ਕਿਰਪਾ ਤੇ ਨਿਰਮਲ ਹੋਵਾ ਜਿਨ ਵਿੱਚੋਂ ਆਪ ਗਵਾਇਆ ਅਨ ਦਿਨ ਗੁਣ ਗਾਵੈ ਨਿਤ ਸਾਚੇ ਗੁਰ ਕੈ ਸ਼ਬਦ ਸੁਹਾਇਆ ਮੇਰੇ ਠਾਕੁਰ ਹਮ ਬਾਰਕ ਸ਼ਰਨ ਤੁਮਾਰੀ ਏਕੋ ਸੱਚਾ ਸੱਚ ਤੂੰ ਕੇਵਲ ਆਪ ਮੁਰਾਰੀ ਰਹਾਉ
जागत रहे तिने प्रभ पाया। होमै शब्द मारी गिरहि मह सदा हर जन उदासी। ज्ञान तत् विचारे सतगुर सेव सदा सुख पाया। हर राख्या उर धारे एह मनुआ दह दिस धावदा। दूजे भाए खुआया मन मुख मुगद हर नाम न चितै। बिरता जन्म गवाया सतगुर भेटै ता नाउ पाए। होमै मोह चुकाया हर जन साचे साच कमावै। गुर कै शब्द विचारे आपे मेल लए प्रभ साचै। साच रखिया उर धारे नानक नामो गत मत पाए। ए हारस हमारे हर जन साचे साच कमावै। गुर कै शब्द विचारे आपे मेल लए प्रभ साचै। साच रखिया उर धारे नानक नामो गत मत पाए। ए हारस हमारी। वाहिगुरु जी का खालसा वाहिगुरु जी की फतेह। परम सन्मानयोग सतगुरु चवर छत्र तखत दे मालिक हाजरा हजूर जहरा जहूर शब्द गुरु जुगों जुग अटल सतगुरु धन श्री गुरु ग्रंथ साहिब महाराज सच्चे पातशाह जी की पावन पवित्र हजूरी अंदर जुड़ बैठे सतसंगी जनों आप जी वड्डे भागां वाले हो। जो सत्कारयोग पूजनीय धन माता राजकौर जी के पावन स्थान गुरुद्वारा मंजी साहिब विखे अज अमृत वेले तो धन शब्द गुरु गुरु ग्रंथ साहिब महाराज सच्चे पातशाह जी का अज जो गुरता गद्दी दिवस है और भावें संगतां नूं अज दे दिन बारे कि शायद बहुत घट है पता भी नहीं। और साडे एडे महान गुरु जिन्हां लई शब्द असीं वरतने हैं जुगो जुग अटल, ऐसे सतगुरु जी का अज गुरता गद्दी दिवस। और जितने भी आप जुड़ बैठे हो भागा वाले हो, नितनेम दी बाणियां तो उपरंत शब्द कीर्तन के नाल आप जी सांझ पा रहे सो। आओ शब्द के अखरी अर्थ और कुछ को सतगुरु धन गुरु ग्रंथ साहिब जी और गुरु कलगीधर पातशाह जी ने जी साडे ते कृपा की ये विचारों की आप जी नाल सांझ पाउणी है। सांझ पाउण तो पहला सतगुरु जी के गुरता गद्दी दिवस दीयां सारियां संगतां नूं लख लख वधाइयां। असीस बख्शो जी, रसना नूं करो पवित्र रखो जी। वाहिगुरु जी का खालसा वाहिगुरु जी की फतेह। सोरठ महला तीजा घर पहला एक ओंकार सतगुर प्रसाद।
ਸੋਰਠ ਰਾਗ ਵਿੱਚ ਤੀਸਰੇ ਪਾਤਸ਼ਾਹ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਵਨ ਬਚਨ ਅੰਗ ਨੰਬਰ 599 ਅਤੇ 600 ਦੇ ਉੱਤੇ ਸਵਾਈਮਨ ਨੇ ਘਰ ਪਹਿਲੇ ਦੇ ਵਿੱਚ ਸ਼ਬਦ ਨੂੰ ਗਾਉਣ ਦੀ ਹਦਾਇਤ ਕੀਤੀ ਗਈ ਹੈ। ਸ਼ਬਦ ਦੀ ਪ੍ਰਾਰੰਭਤਾ ਤੋਂ ਪਹਿਲਾਂ ਮੰਗਲਾਚਰਨ ਕੀਤਾ ਗਿਆ ਹੈ ਕਿ ਉਹ ਜਿਹੜਾ ਪਰਿਪੂਰਨ ਪਰਮਾਤਮਾ ਇੱਕ ਹੈ, ਜਿਹੜਾ ਅਦੁੱਤੀ ਹੈ ਔਰ ਜਿਹੜਾ ਓੰਕਾਰ ਹੈ, ਸਰਬ ਵਿਆਪੀ ਹੈ। ਉਹ ਪਰਮਾਤਮਾ ਸਤਿਗੁਰ ਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਸੇਵਕ ਸੇਵ ਕਰੇ ਸਭ ਤੇਰੇ, ਜਿਨ ਸ਼ਬਦੈ ਸਾਧ ਆਇਆ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ ਕਿ ਜਿਹੜੇ ਤੇਰੇ ਸੇਵਕ ਹੋ ਗਏ, ਸੇਵਕ ਬਣ ਗਏ, ਔਰ ਸੇਵਾ ਦੁਨੀਆ ਕਰਦੀ ਹੈ, ਪਰ ਜਿਹੜੇ ਸੇਵਕ ਹੋ ਕੇ ਸੇਵਾ ਕਰਨ ਤੇ ਸੇਵਕ ਹੋ ਕੇ ਸੇਵਾ ਉਹ ਕਰ ਸਕਦੇ ਨੇ ਜਿਨ੍ਹਾਂ ਨੂੰ ਸ਼ਬਦ ਦਾ ਸਵਾਦ ਆਇਆ ਔਰ ਸੇਵਾ ਕੀਤੀ ਹੋਈ ਪ੍ਰਵਾਨ ਉਹਨਾਂ ਦੀ ਹੈ, ਜਿਹਨੂੰ ਗੁਰੂ ਸਾਹਿਬ ਜੀ ਕਹਿੰਦੇ ਨੇ। ਧੰਨ ਗੁਰੂ ਅਰਜਨ ਦੇਵ ਜੀ ਦੇ ਪਾਵਨ ਬਚਨ ਆਪਾਂ ਪੜ੍ਹਦੇ ਹਾਂ ਕਿ ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਤੇ ਨਿਸਕਾਮ ਸੇਵਾ ਕਰ ਉਹ ਹੀ ਸਕਦਾ ਹੈ ਜਿਹਨੂੰ ਸ਼ਬਦ ਦਾ ਸਵਾਦ ਆਇਆ ਹੈ, ਔਰ ਜਿਹਨੇ ਨਿਸਕਾਮ ਹੋ ਕੇ ਸੇਵਾ ਕੀਤੀ, ਸੇਵਕ ਬਣ ਕੇ ਕੀਤੀ, ਗੁਰੂ ਸਾਹਿਬ ਜੀ ਕਹਿੰਦੇ ਨੇ ਫਿਰ ਪ੍ਰਾਪਤੀ ਵੀ ਉਹਨੂੰ ਹੈ। ਹੁਣ ਦੇਖੋ, ਸੇਵਾ ਭਾਵੇਂ ਸ਼ਬਦ ਵਰਤਿਆ ਜਾਂਦਾ ਹੈ ਕਿ ਫਲਾਣੀ ਸੰਸਥਾ, ਫਲਾਣਾ ਸਿੰਘ, ਫਲਾਣੀ ਬੀਬੀ, ਉਹ ਬਿਲਕੁਲ ਨਿਸਕਾਮ ਸੇਵਾ ਕਰਦੇ ਨੇ। ਔਰ ਅਸੀਂ ਨਿਸਕਾਮ ਕਿਹਨੂੰ ਸਮਝਦੇ ਜੀ ਕਿ ਇਸ ਸੇਵਾ ਦੇ ਬਦਲੇ ਉਹ ਕੋਈ ਪੈਸਾ ਨਹੀਂ ਲੈਂਦਾ। ਇਹ ਸਿਰਫ ਇੰਨੇ ਕੁ ਗੱਲ ਕਿ ਪੈਸਾ ਨਹੀਂ ਲੈਂਦਾ, ਇਹ ਨਿਸਕਾਮ ਨਹੀਂ ਜੀ। ਅੰਦਰ ਕਿਸੇ ਵੀ ਤਰ੍ਹਾਂ ਦੀ ਜਿਹੜੀ ਕਾਮਨਾ ਰੱਖ ਕੇ ਜੇ ਸੇਵਾ ਕੀਤੀ ਜਾਏ ਨਾ, ਉਹਨੂੰ ਨਿਸਕਾਮ ਨਹੀਂ ਕਿਹਾ ਜਾ ਸਕਦਾ। ਇਹ ਜਿਹੜਾ ਪੈਸਾ ਹੈ, ਪੈਸਾ ਲੈਣਾ, ਇਹ ਪੈਸਾ ਤਾਂ ਸਾਡਾ ਇਹ ਕਹਿ ਲਈਏ ਕਿ ਗੁਜ਼ਰਾਨ ਹੈ, ਔਰ ਜਿਨ੍ਹਾਂ ਦਾ ਕੰਮ ਹੀ ਇਹ ਹੈ ਕਿ ਜੇ ਅਸੀਂ ਇਹ ਕੰਮ ਕਰਾਂਗੇ ਤੇ ਰੋਜੀ ਚੱਲਣੀ ਹੈ, ਤੇ ਫਿਰ ਇਹਨੂੰ ਕੀ ਸਮਝਿਆ ਜਾਏਗਾ ਕਿ ਇਹ ਸੇਵਾ ਹੈ ਹੀ ਨਹੀਂ। ਪਰ ਬਿਲਕੁਲ ਸੱਚਮੁੱਚ ਸੇਵਾ ਨਹੀਂ ਜੇ ਇਹਦੇ ਵਿੱਚ ਕੋਈ ਕਾਮਨਾ ਰੱਖ ਕੇ ਕੀਤੀ ਗਈ। ਔਰ ਸਤਿਗੁਰੂ ਜੀ ਅੱਜ ਕਿਰਪਾ ਕੀਤੀ ਹੈ, ਨਿਸ਼ਕਾਮ ਹੋਏਗਾ ਉਹ ਜਿਹਨੂੰ ਸ਼ਬਦ ਦਾ ਸਵਾਦ ਆਇਆ। ਔਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਅੱਜ ਦੇ ਦਿਨ ਕਿਰਪਾ ਕੀਤੀ ਸਾਨੂੰ ਸ਼ਬਦ ਗੁਰੂ ਦੇ ਲੜ ਲਾਇਆ। ਦੇਖੋ, ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਜਦੋਂ ਉਹਨਾਂ ਦਾ ਜੀਵਨ ਪੜ੍ਹੀਏ ਔਰ ਜੀਵਨ ਦੇ ਜੇ ਸਰੀਰਕ ਆਰਬਨਾ ਲਾਈਏ ਤੇ ਕੇਵਲ 42 ਸਾਲ ਦੀ ਹੈ, ਤੇ ਇਹਨਾਂ 42 ਸਾਲਾਂ ਦੇ ਵਿੱਚ ਜੋ ਕੁਛ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸਾਡੇ ਤੇ ਬਖਸ਼ਿਸ਼ ਕਰ ਦਿੱਤੀ, ਤੇ ਗੁਰੂ ਸਾਹਿਬ ਜੀ ਦੀ ਇਹਨਾਂ ਬਖਸ਼ਿਸ਼ਾਂ ਨੂੰ ਜੇ ਅਸੀਂ ਗਿਣਨ ਲੱਗੀਏ, ਉਹਨਾਂ ਦੇ ਪਰਉਪਕਾਰ ਗਿਣੀਏ, ਉਹਨਾਂ ਦੇ ਗੁਣਾਂ ਨੂੰ ਗਿਣੀਏ, ਤੇ 42 ਸਾਲ ਤੱਕ ਹੀ ਕੋਈ 42 ਯੁੱਗ ਵੀ ਬੈਠਾ ਰਹੇ ਨਾ, ਮੇਰੇ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਕੋਈ ਦਿਨ ਦੇ ਹੀ ਨਹੀਂ ਸਕਦਾ। ਸਤਿਗੁਰੂ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਦੇਖੋ ਆਪਣਾ ਸਫ਼ਰ ਕਹਿ ਲਈਏ ਜ਼ਿੰਦਗੀ ਦਾ, ਜੀਵਨ ਦਾ, ਸਰੀਰਕ ਸਫ਼ਰ। ਵੈਸੇ ਤਾਂ ਸਤਿਗੁਰੂ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਪਾਵਨ ਬਚਨ ਆਪ ਕਹੇ ਨੇ ਆਪਣੀ ਬਾਣੀ ਦੇ ਵਿੱਚ ਕਿ ਮੈਂ ਤਾਂ ਸੰਸਾਰ ਦੇ ਵਿੱਚ ਸਿਰਫ ਤਮਾਸ਼ਾ ਦੇਖਣ ਆਇਆ, ਤੇ ਜਾਂ ਸਤਿਗੁਰੂ ਕਹਿੰਦੇ ਨੇ ਮੈਨੂੰ ਉਸ ਕਰਤਾਰ ਨੇ ਭੇਜਿਆ ਹੈ, ਤੇ ਭੇਜਿਆ ਇਸ ਕਰਕੇ ਜਿਹੜਾ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਨਿਰਮਲ ਪੰਥ ਚਲਾਇਆ, ਉਹਦਾ ਜਾ ਕੇ ਪ੍ਰਚਾਰ ਤੇ ਪ੍ਰਸਾਰ ਕਰਨਾ ਹੈ। ਔਰ ਸਤਿਗੁਰੂ ਜੀ ਦੇ ਜਦੋਂ ਆਪਾਂ ਪਾਵਨ ਬਚਨ ਪੜ੍ਹਦੇ ਹਾਂ ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਪਹਿਲੀ ਗੱਲ ਤੇ ਇਹ ਕਿ ਉੱਥੋਂ ਆਉਣ ਤੋਂ ਚੇਤੇ ਨਹੀਂ ਸੀ ਕਰਦਾ।
ਸੁਰਤ ਪ੍ਰਭੂ ਦੇ ਚਰਨਾਂ ਵਿੱਚ ਜੁੜੀ ਹੋਈ ਸੀ ਕਿ ਚੁਭੇ ਰਹੇ ਸੁਰਤ ਪ੍ਰਭ ਚਰਨਨ ਮੈਂ, ਚੇਤਨਾ ਭਇਓ ਹਮਰੋ ਆਵਣ ਗਏ। ਪਰ ਉੱਥੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨੇ, ਜਿਉਂ ਤਿਉ ਪ੍ਰਭ ਮੋਕੂ ਸਮਝਾਇਓ, ਇਮ ਕਹਿ ਕੇ ਲੋਕ ਪਠਾਇਓ। ਕੀ ਕਹਿ ਕੇ ਸਮਝਾਇਆ ਤੇ ਕੀ ਕਹਿ ਕੇ ਭੇਜਿਆ ਕਿ ਮੈਂ ਆਪਣਾ ਸੁਤ ਤੋਹੇ ਨਵਾਜਾ, ਪੰਥ ਪਰਚਰ ਕਰਬੇ ਕੋ ਸਾਜਾ। ਕਿ ਆਪਣਾ ਪੁੱਤਰ ਬਣਾ ਕੇ ਭੇਜ ਰਿਹਾ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਲਾਏ ਹੋਏ ਪੰਥ ਦਾ ਪ੍ਰਚਾਰਕ ਥਾਪ ਕੇ ਭੇਜ ਰਿਹਾ। ਤੇ ਉੱਥੋਂ ਸਤਿਗੁਰੂ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਆਪ ਕਹਿੰਦੇ ਨੇ, ਵਿੱਚੋਂ ਪੰਕਤੀਆਂ ਲਈਆਂ ਨੇ। ਸਤਿਗੁਰੂ ਜੀ ਕਹਿੰਦੇ ਨੇ, ਹੱਥ ਜੋੜ ਕੇ ਮੈਂ ਖਲੋਇਆ ਕਿ ਇਹ ਅਕਾਲ ਪੁਰਖ ਵਾਹਿਗੁਰੂ ਜੀ, ਪੰਥ ਚੱਲੇਗਾ ਵੀ, ਪ੍ਰਚਾਰ ਵੀ ਹੋਵੇਗਾ, ਪ੍ਰਸਾਰ ਵੀ ਹੋਵੇਗਾ, ਪਰ ਹੋਏਗਾ ਤਾਂ ਜੇ ਤੁਹਾਡੀ ਕਿਰਪਾ ਹੋਵੇਗੀ, ਤੁਸੀਂ ਸਿਰ 'ਤੇ ਹੋਵੋਗੇ, ਤੁਹਾਡਾ ਹੱਥ ਸਿਰ 'ਤੇ ਹੋਵੇਗਾ। ਗੁਰੂ ਸਾਹਿਬ ਜੀ ਕਹਿੰਦੇ ਨੇ, ਠੰਡ ਭਇਓ ਮੈਂ ਜੋਰ ਕਰ, ਬਚਨ ਕਹਿ ਸਿਰ ਨਿਆਏ, ਪੰਥ ਚਲੈ ਤਬ ਜਗਤ ਮੈਂ, ਜਬ ਤੁਮ ਹੋ ਸਹਾਏ। ਤੁਸੀਂ ਸਹਾਇਕ ਬਣੋਗੇ ਤੇ ਪੰਥ ਵੀ ਚੱਲੇਗਾ, ਪ੍ਰਚਾਰ ਵੀ ਹੋਏਗਾ, ਪ੍ਰਸਾਰ ਵੀ ਹੋਏਗਾ। ਔਰ ਉੱਥੇ ਸਤਿਗੁਰੂ ਜੀ ਨੇ ਪਾਵਨ ਬਚਨ ਕਿਹਾ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣੇ ਆਇਓ ਜਗਤ ਤਮਾਸਾ। ਹੁਣ 42 ਸਾਲ ਉਮਰ ਸਾਨੂੰ ਤੇ ਕਥਾ ਵਿਚਾਰ ਕਰਨ ਲੱਗੇ ਗਿਣਤੀ ਕਰਨੀ ਪੈਂਦੀ ਹੈ। ਸਰੀਰ ਦੀ ਉਮਰ 42 ਸਾਲ ਹੈ, ਪਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨੇ, ਮੈਂ ਤੇ ਅਕਾਲ ਦਾ ਸੁੱਤ ਹਾਂ। ਤੇ ਅਕਾਲ ਕੌਣ ਹੈ ਜੀ? ਜਿਹੜਾ ਕਾਲ ਦੇ ਵਿੱਚ ਆਉਂਦਾ ਹੀ ਨਹੀਂ, ਸਮੇਂ ਦੇ ਵਿੱਚ ਆਉਂਦਾ ਹੀ ਨਹੀਂ, ਜਿਹੜਾ ਸਮੇਂ ਤੋਂ ਰਹਿਤ ਹੈ। ਤੇ ਜੇ ਉਹ ਅਕਾਲ ਸਮੇਂ ਤੋਂ ਰਹਿਤ ਹੈ, ਤੇ ਅਕਾਲ ਦਾ ਪੁੱਤਰ ਕਿਹੜਾ ਸਮੇਂ ਵਿੱਚ ਬਣ ਸਕਦਾ ਕੋਈ? ਸਰੀਰਕ ਤੌਰ ਤੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਪਟਨਾ ਸਾਹਿਬ ਤੇ ਇਹ ਜਿਹੜੀ ਜੀਵਨ ਯਾਤਰਾ ਸ਼ੁਰੂ ਕੀਤੀ, ਤੇ ਸਤਿਗੁਰੂ ਜੀ ਨੇ ਨਾਂਦੇੜ ਜਾ ਕੇ ਇਸ ਸਰੀਰਕ ਯਾਤਰਾ ਨੂੰ ਸੰਪੰਨ ਕੀਤਾ। ਔਰ ਦੇਖੋ, ਜਿੱਥੋਂ ਪ੍ਰਾਰੰਭਤਾ ਕੀਤੀ ਉੱਥੇ ਵੀ ਗੰਗਾ ਨਦੀ ਦਾ ਕੰਢਾ ਹੈ, ਜਿਹਨੂੰ ਹਿੰਦੁਸਤਾਨ ਦੇ ਲੋਕ ਬੜੀ ਪਵਿੱਤਰ ਮੰਨਦੇ ਨੇ। ਔਰ ਜਿੱਥੇ ਸਤਿਗੁਰੂ ਜਾ ਕੇ ਜੀਵਨ ਦੇ ਇਸ ਸਰੀਰ ਦੇ ਅੰਤਿਮ ਯਾਤਰਾ ਕਰਦੇ ਨੇ, ਉੱਥੇ ਇੱਕ ਨਦੀ ਦਾ ਕੰਢਾ ਹੈ, ਗੋਦਾਵਰੀ। ਔਰ ਲੋਕ ਕੇਵਲ ਇਹਨਾਂ ਦੀ ਪੂਜਾ ਕਰਦੇ ਨੇ। ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦੋਵੇਂ ਨਦੀਆਂ ਨੂੰ ਕੁਝ ਦਿੱਤਾ। ਜਦੋਂ ਸਰੀਰਕ ਤੌਰ ਤੇ ਬਚਪਨਾ ਹੈ, ਸਰੀਰ ਦੀ ਉਮਰ ਬਚਪਨ ਦੀ ਹੈ, ਉਦੋਂ ਪਟਨਾ ਸਾਹਿਬ ਵਿਖੇ ਇਸ ਗੰਗਾ ਨੂੰ ਕੜੇ ਦਿੰਦੇ ਨੇ ਕਿ ਇਹ ਸਾਖੀ ਆਪ ਜੀ ਜਾਣਦੇ ਹੋ, ਸਤਿਗੁਰੂ ਜੀ ਨੇ ਕੜਾ ਸੁੱਟਿਆ। ਤੇ ਜਦੋਂ ਮਾਤਾ ਜੀ ਪੁੱਛਦੇ ਨੇ, ਲਾਲ ਜੀ ਕੜਾ ਕਿੱਥੇ ਗਵਾਏ? ਤੇ ਦੂਸਰਾ ਵੀ ਲਾਕ ਵਿੱਚ ਸੁੱਟ ਕੇ ਕਹਿੰਦੇ ਨੇ, ਮਾਤਾ ਇੱਥੇ ਸੁੱਟਿਆ ਹੈ। ਗੰਗਾ ਦੇ ਵਿੱਚ ਕੜੇ ਪਾਉਂਦੇ ਨੇ, ਤੇ ਗੋਦਾਵਰੀ ਦੇ ਕੰਢੇ ਤੇ ਬੈਠੇ ਹੋਏ ਮੌਜ ਵਿੱਚ ਆਉਂਦੇ ਨੇ। ਤੇ ਬਹਾਦਰ ਸ਼ਾਹ ਵਰਗਾ ਜਾ ਕੇ ਉੱਥੇ ਨਗੀਨਾ ਜਾਂ ਹੀਰਾ ਉਹ ਭੇਟ ਕਰਦਾ ਗੁਰੂ ਸਾਹਿਬ ਜੀ, ਉਹ ਹੀਰੇ ਵਿੱਚ ਸੁੱਟ ਦਿੰਦੇ ਨੇ, ਗੋਦਾਵਰੀ ਨੂੰ ਹੀਰੇ ਦਿੰਦੇ ਨੇ। ਔਰ ਸਤਿਗੁਰੂ ਨੇ ਕਿਰਪਾ ਕੀਤੀ, ਇਸ ਗੰਗਾ ਤੋਂ ਲੈ ਕੇ ਕਹਿ ਲਏ ਗੋਦਾਵਰੀ ਤੱਕ ਜਿਹੜਾ ਸਫ਼ਰ ਕੀਤਾ 42 ਸਾਲ ਦਾ, ਇੱਥੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਅੱਜ ਦੇ ਦਿਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ। ਸਾਰੇ ਸਿੱਖਾਂ ਨੂੰ ਕੋਲ ਬਿਠਾਇਆ, ਆਵਾਜ਼ ਮਾਰੀ, ਔਰ ਆਵਾਜ਼ ਮਾਰ ਕੇ ਜਦੋਂ ਕਿਹਾ ਕਿ ਅੱਜ ਤੋਂ ਤੁਹਾਡਾ ਗੁਰੂ ਗ੍ਰੰਥ ਸਾਹਿਬ ਜੀ ਹੋਵੇਗਾ। ਸਤਿਗੁਰੂ ਜੀ ਨੇ ਆਪ 5 ਪੈਸੇ ਨਾਰੀਅਲ ਰੱਖ ਕੇ ਨਮਸਕਾਰ ਕੀਤੀ। ਤੇ ਸਿੱਖਾਂ ਦੇ ਅੰਦਰ ਕੁਝ ਸ਼ੰਕਾ ਵੀ ਆਈ ਕਿ ਸਤਿਗੁਰੂ ਤੁਸੀਂ ਸਾਡੇ ਤੋਂ ਦੂਰ ਚੱਲੇ ਹੋ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਕਿਹਾ ਕਿ ਭਾਈ ਬਿਲਕੁਲ ਨਹੀਂ। ਸਿੱਖ ਕਹਿੰਦੇ ਕਿ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਦੇ ਸਾਡਾ ਯਕੀਨ ਬੱਝੇਗਾ। ਤੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਨੂੰ ਉਦੋਂ ਕਿਹਾ ਸੀ, ਆਪਾਂ ਗੁਰੂ ਗ੍ਰੰਥ ਸਾਹਿਬ ਤੋਂ ਪੁੱਛ ਲਈਏ। ਨਮਸਕਾਰ ਕਰਕੇ ਉੱਥੇ ਹੁਕਮਨਾਮਾ ਲਿਆ ਗਿਆ।
और गुरु साहब ने जिहड़ा सानू हुक्म किया वो दोहरा असीं रोज़ ही पढ़ते हैं कि सब सिखण को हुक्म है गुरु मान्यो ग्रंथ। और वो दोहरे दे विच कहा गया जो प्रभु को मिलबो चाहे खोज शब्द मिले। भाई मैं किते नहीं शब्द दे विच तुहाडे कोल बैठा और सतगुरु जी ने कृपा की। धन गुरु ग्रंथ साहिब सच्चे पातशाह जी के 2 दिहाड़े आपां मनाउने आ, एक संपूर्णता दिवस एक गुरगद्दी दिवस। धन गुरु नानक देव सच्चे पातशाह जी के आपां 2 गुरपुरब मनाउने जी। एक प्रकाश दिहाड़ा जिन्होंने भाई साहब भाई गुरदास जी कहते हैं और 19 तरीक को जिहड़ा आ भी रहा है कि सतगुरु नानक प्रगटिया मिट्टी धुंध जग चानण हुआ जो कर सूरज निकलिया तारे छपे अंधेर पुलवा। वो प्रगट होना प्रकाश दिहाड़ा से मनाउने हैं। धन गुरु नानक देव सच्चे पातशाह जी 1539 दे विच ज्योति जोत समाउंदे ने, वो ज्योति जोत दिहाड़ा भी आपां मनाउने हैं। हुण जिहड़ी बेनती कर लगे देखो धन गुरु नानक साहब जी के 2 दिहाड़े और गुरु ग्रंथ साहिब के भी 2 दिहाड़े मनाउने हैं। बाकी के जिहड़े 9 गुरु साहबान ने उन्होंने आपां 3-3 दिहाड़े मनाउने हैं। देखो गल नूं समझो, धन गुरु नानक साहब जी 2 दिहाड़े प्रकाश दिहाड़ा ते ज्योति जोत। धन गुरु अंगद देव सच्चे पातशाह जी के 3 दिहाड़े मनाउने प्रकाश दिहाड़ा फिर गुरगद्दी दिवस ते फिर ज्योति जोत दिवस। बाकी सारे गुरु साहबानों के इस तरह मनाए जाते हैं पर धन गुरु नानक देव सच्चे पातशाह जी का गुरगद्दी दिवस नहीं मनाया जाता क्योंकि वो तो आप नारायण कला धार जग मह परवरे आप परमेश्वर सन। और इस तरह धन गुरु ग्रंथ साहिब जी के भी 2 दिहाड़े मनाए जाते हैं, एक संपूर्णता दिवस एक गुरगद्दी दिवस ते तीसरा दिहाड़ा जिहड़ा कदे नहीं मनाया जाना। इस करके गुरु साहब नूं कहा गया जुगो जुग अटल कि धन गुरु ग्रंथ साहिब जी का ज्योति जोत दिहाड़ा कदे नहीं जाना। जदों तक धरती है जदों तक सिखां ने गुरु ग्रंथ साहिब के 2 दिहाड़े मनाने ने, प्रकाश दिहाड़ा ते सतगुरु का जिहड़ा है ये गुरगद्दी दिवस। धन गुरु नानक साहिब के 2 दिहाड़े फिर बेनती करते गुरु ग्रंथ साहिब के 2 दिहाड़े, बाकी गुरु साहिबानों के 3-3 गुरपुरब। और धन गुरु कलगीधर पातशाह ने अज जिहड़ी कृपा की उन्होंने शब्द आप वरतने हैं कि जदों ज्योति जो समाउंदे ने परमपुर प्याना करके धन गुरु कलगीधर पातशाह ने गुरता गद्दी दी गुरु ग्रंथ साहिब जी को। सानू हुक्म किया कि अज तो बाद तुहाडा गुरु गुरु ग्रंथ है, गुरु शब्द है। और अज धन गुरु अमरदास जी ने हुक्मनामे दे विच भी कृपा की, जिन्होंने शब्द का स्वाद आया असल में सेवक भी वो बन सकते हैं। धन गुरु कलगीधर पातशाह जी कह के तुहाडा शब्द गुरु है। और केवल गुरु कलगीधर पातशाह जी नहीं, ये धन गुरु नानक देव सच्चे पातशाह जी शुरू तो कह के गए कि भाई जेड़ा मेरा गुरु है वो सिखो तुहाडा गुरु है। ये बड़ी बार सवाल उठता कि धन गुरु नानक साहब जी का गुरु केड़ा है। तो सतगुरु जी कहते हैं शब्द गुरु सूरत तो नहीं चेला। ये तो धन गुरु नानक साहब जी कह लिए कि सानू लड़ते शब्द ही ला के गए। और धन गुरु कलगीधर पातशाह जी फिर रस्मी तौर पर कि गुरु ग्रंथ साहिब दे लड़दा आ, पर गुरु ग्रंथ साहिब जी नूं आपां केवल पूजा का साधन बना लिया। अपने जिहड़े संसारिक कर्म ने सारे परिवारिक कर्म ने बस ये कह ले कि वो कर्मां तक ही सीमित कर दिता। पर धन गुरु कलगीधर पातशाह जी ने सानू 3 वचन कहे सन, गुरु के सिखो, जे पूजा करनी तो फिर उस अकाल दी करो। पूजा अकाल की, परचा शब्द का, खाल दर्शन खालसे का, दीदार खालसे का शब्द वरते हैं।
ਤੇ ਖਾਲਸੇ ਦਾ ਦੀਦਾਰ ਕਿਉਂ ਕਰਨਾ ਹੈ ਜੀ। ਸਤਿਗੁਰੂ ਜੀ ਨੇ ਕਿਰਪਾ ਕੀਤੀ। ਅੱਜ ਦੇ ਦਿਨ ਗੁਰੂ ਸਾਹਿਬ ਜੀ ਨੇ ਕਿਹਾ ਸੀ ਕਿ ਸ਼ਬਦ ਗੁਰੂ ਹੈ, ਸ਼ਬਦ ਸਾਡੀ ਆਤਮਾ ਹੈ। ਸ਼ਬਦ ਨੂੰ ਸਤਿਗੁਰੂ ਜੀ ਨੇ ਦੇਹ ਵੀ ਕਿਹਾ ਤੇ ਖਾਲਸੇ ਨੂੰ ਆਪਣਾ ਖਾਸ ਰੂਪ ਵੀ ਕਿਹਾ। ਔਰ ਇਹ ਫਿਰ ਬੇਨਤੀ ਕਰਦੇ ਕਿ ਅੱਜ ਦੇ ਦਿਨ ਗੁਰੂ ਸਾਹਿਬ ਜੀ ਨੇ ਇਕੱਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਹੀਂ, ਇਹ ਬਚਨ ਕਹੇ ਸਨ ਕਿ ਅੱਜ ਤੋਂ ਤੁਹਾਡਾ ਗੁਰੂ ਗ੍ਰੰਥ ਤੇ ਗੁਰੂ ਪੰਥ ਹੋਵੇਗਾ। ਦੁਨੀਆ ਦੇ ਵਿੱਚ ਗ੍ਰੰਥ ਬੜੇ ਨੇ, ਆਪੋ ਆਪਣੇ ਗ੍ਰੰਥਾਂ ਦਾ ਸਭ ਦਾ ਸਤਿਕਾਰ ਹੈ, ਪਰ ਗੁਰੂ ਹੋਣ ਦਾ ਮਾਣ ਜੇ ਮਿਲਿਆ ਤੇ ਕੇਵਲ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ। ਦੇਖੋ ਭਾਵੇਂ ਕੁਝ ਦੂਸਰੇ ਗ੍ਰੰਥਾਂ ਦੇ ਨਾਲ ਵੀ ਸ਼ਬਦ ਗੁਰੂ ਲਾਉਣ ਲੱਗ ਪਏ ਨੇ, ਪਰ ਚਾਹੀਦਾ ਨਹੀਂ, ਵਿਵਾਦ ਵਿੱਚ ਨਹੀਂ ਪੈਣਾ ਕਿ ਜੋ ਉਹ ਸਰਬ ਲੋ ਹੈ ਤੇ ਸਰਬ ਲੋ ਹੀ ਹੈ, ਜੋ ਦਸਮ ਗ੍ਰੰਥ ਹੈ ਤੇ ਦਸਮ ਗ੍ਰੰਥ ਹੀ ਹੈ। ਪਰ ਗੁਰੂ ਗ੍ਰੰਥ ਸਾਹਿਬ ਕੇਵਲ ਇਹ ਜੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਕਿਰਪਾ ਕਰਕੇ ਗੁਰੂ ਹੋਣ ਦਾ ਮਾਣ ਮਿਲਿਆ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ। ਔਰ ਫਿਰ ਸਤਿਗੁਰੂ ਜੀ ਨੇ ਕਿਰਪਾ ਕੀਤੀ। ਪੂਜਾ ਅਕਾਲ ਦੀ ਕਿਉਂ ਕਰਨੀ ਹੈ? ਸ਼ਬਦ ਦਾ ਸਵਾਦ ਆਏਗਾ ਤੇ ਅਕਾਲ ਦੀ ਪੂਜਾ ਵੱਲ ਜਾਇਆ ਜਾਏਗਾ। ਖਾਲਸੇ ਦਾ ਦੀਦਾਰ ਕਿਉਂ ਕਰਨਾ ਹੈ? ਗੁਰੂ ਸਾਹਿਬ ਜੀ ਕਹਿੰਦੇ ਨੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੂ ਨਿਵਾਸ। ਔਰ ਸਤਿਗੁਰੂ ਜੀ ਨੇ ਜਿੱਥੇ ਇੰਨੀਆਂ ਰਹਿਮਤਾਂ ਵੀ ਕੀਤੀਆਂ, ਬਖਸ਼ਿਸ਼ਾਂ ਵੀ ਕੀਤੀਆਂ, ਨਾਲ ਸਾਨੂੰ ਸੁਚੇਤ ਵੀ ਕੀਤਾ ਕਿ ਜਬ ਲਗ ਖਾਲਸਾ ਰਹਿ ਨਿਆਰੋ ਤਬ ਲਗ ਤੇਜ ਜਿਉ ਮੈਂ ਸਾਰੂ, जब यह गए विपरण के रेत मैं न करूँ इनकी प्रतीत। और दूसरा शब्द गुरु साहब जी ने वरत्या परचा शब्द का, ते पूजा अकाल दे क्यों करनी है? क्योंकि सतगुरु जी ने पावन वचन बाणी दे विच भी कहे ने कि अवर दूजा क्यों सेविया जो जम्मे ते मर जाए। भाई जिन्हें जमना है, जिन्हें मर जाना है, फिर उन्होंने पूजना ही क्यों, तो सेवा करनी ही क्यों? ये तो सतगुरु जी ने पावन वचन बाणी दे विच कहे ने ना। और गुरु कलगीधर पातशाह जी सानू फिर समझा के गए कि पूजा अकाल दी करनी है। अकाल हुण पूजा का अर्थ क्या है जी? नमस्कार करनी, सत्कार करना, अखरी अर्थ ही करांगे। ते अकाल वो जिहड़ा मौत तो रहता है, जिंदे ते समय का प्रभाव नहीं, जिहड़ा काल दे विच समय दे विच आउंदा ही नहीं। हुण देखो अकाल, अकाल पुरख ते किड्डा महान शब्द गुरु साहब जी ने वरत्या, पूजा अकाल की। तो जो आप तख्तां की गल करिए, सब तो पहले तख्त भी गुरु साहब जी ने बनाया, तो छेवें पातशाह जी ने उस तख्त का नाम भी अकाल तख्त रखा कि यह तख्त भी समय के जिहड़ी पहुँच तो बाहर है। अकाल क्या है उन्होंने कि जिहड़ा समय दे विच आउंदा ही नहीं। देखो जदों गुरु साहब जी कहंदे ने रब परमेश्वर उदों सी कि जदों ना धरती सी, ना हवा सी, ना पानी सी, ना चंद्रमा, ना सूरज, कुछ भी नहीं सी। इत्थों तक कि जदों समा काल भी नहीं सी, क्योंकि समा तो उदों ही बनया ना जदों सूरज आया। जदों समा भी नहीं सी, काल भी नहीं सी, वो अकाल पुरख दे उदों भी सी, रब ते उदों भी सी, जिन्हों सतगुरु जी ने पावन वचन बाणी दे विच कहे ने। धन गुरु नानक साहब जी दे वचन ने, कहते ना देव दानवानरा, ना देवते सन, ना दानव ते ना मनुख, कुछ भी नहीं सी। ना देव दानवानरा, ना सिद्ध साधका धरा, ना सिद्ध ना साधक, अस्त एक दिगर कोई, एक तू ही, एक तू ही। केवल है रब जी अकाल पुरख वाहिगुरू जी, केवल तू ही तू सै। जदों गुरु साहब जी कहते ने कि ना सूर सस मंडलो, ना सपत दीप न है जलो, सूर सस मंडलो, ना सूरज, ना चंद्रमा, ना ये तारे, जदों कुछ भी नहीं सी। ना जिहड़े 7 दीप गिने जाते हैं, 7 टापू, कुछ भी नहीं सी। उत्थे गुरु साहब जी कहते हैं अन्न पाउण थिर ना कोई, एक तू ही, एक तू ही, ना कोई अन्न सी, ना पानी सी।
ਔਰ ਗੁਰੂ ਸਾਹਿਬ ਜੀ ਕਹਿੰਦੇ ਨੇ ਜਦੋਂ ਕੁਛ ਵੀ ਨਹੀਂ ਸੀ ਰੱਬ ਉਦੋਂ ਵੀ ਸੀ। ਅਕਾਲ ਹੈ ਨਾ, ਉਦੋਂ ਕਾਲ ਤੇ ਬਣੇ ਨਹੀਂ ਸੀ, ਸਮਾਂ ਤੇ ਬਣੇ ਹੀ ਨਹੀਂ ਸੀ। ਪੂਜਾ ਉਸ ਅਕਾਲ ਦੇ ਕਰਨੇ ਜਿਹਨੂੰ ਗੁਰੂ ਸਾਹਿਬ ਜੀ ਕਹਿੰਦੇ ਨੇ ਮੁਕਾਮ ਤਿਸ ਨੂੰ ਵਾਖੀਐ। ਜਿਸ ਮੁਕਾਮ ਉਹ ਹੈ ਅਸਲ ਵਿੱਚ ਜਿਹਨੇ ਸਦਾ ਰਹਿਣਾ ਹੈ, ਜਿਹਨੇ ਕਿਤੇ ਨਹੀਂ ਜਾਣਾ, ਪੱਕਾ ਮੁਕਾਮ ਤੇ ਉਹ ਹੈ। ਔਰ ਗੁਰੂ ਸਾਹਿਬ ਜੀ ਕਹਿੰਦੇ ਨੇ ਧਰਤੀ ਤੇ ਜੋ ਕੁਛ ਦਿਸ ਰਿਹਾ ਹੈ ਇਹ ਸਭ ਕੁਛ ਕਾਲ ਦੇ ਵਸ ਹੈ। ਮੁਕਾਮ ਤਿਸ ਨੂੰ ਵਾਖੀਐ ਜਿਸ ਸਿਸ ਨ ਹੋਵੇ ਲੇਖ। ਉੱਥੇ ਸਤਿਗੁਰੂ ਜੀ ਕਹਿੰਦੇ ਨੇ ਅਸਮਾਨ ਧਰਤੀ ਚੱਲਸੀ। ਅਸਮਾਨ ਵੀ ਕਾਲ ਦੇ ਵਸ ਵਿੱਚ ਹੈ, ਧਰਤੀ ਵੀ ਸਮਾਂ ਆਉਣਾ, ਇਹਨੇ ਵੀ ਚਲੀ ਜਾਣਾ ਹੈ। ਸਤਿਗੁਰੂ ਜੀ ਕਹਿੰਦੇ ਨੇ ਮੁਕਾਮ ਉਹੀ ਹੈ ਜਿਹਨੇ ਸਦਾ ਟਿਕਿਆ ਰਹਿਣਾ, ਤੂੰ ਉਹ ਕੇਵਲ ਇੱਕ ਅਕਾਲ ਪੁਰਖ ਹੈ। ਪੂਜਾ ਅਕਾਲ ਦੇ ਕਿਉਂ ਕਰਨੀ? ਗੁਰੂ ਸਾਹਿਬ ਜੀ ਕਹਿੰਦੇ ਨੇ ਦਿਨ ਰਵ ਚੱਲੇ, ਇਹ ਦਿਨ ਨੇ ਚਲੇ ਜਾਣਾ ਹੈ। ਰਵ ਜਿਹੜਾ ਇਹ ਸੂਰਜ ਹੈ ਇਹਨੇ ਇੱਕ ਦਿਨ ਕਾਲ ਨੇ ਇਹਨੂੰ ਖਾ ਜਾਣਾ ਹੈ। ਦਿਨ ਰਵ ਚੱਲੇ ਨਿਸ ਸਸ ਚੱਲੇ, ਇਹ ਰਾਤ ਚਲੀ ਜਾਣੀ ਹੈ। ਇਸ ਚੰਦਰਮਾ ਨੂੰ ਇੱਕ ਦਿਨ ਕਾਲ ਨੇ ਖਾ ਜਾਣਾ ਹੈ। ਉੱਥੇ ਸਤਿਗੁਰੂ ਕਹਿੰਦੇ ਨੇ ਤਾਰਕਾ ਲੱਖ ਪੁਲੋਏ, ਇਹ ਸਾਰਾ ਕੁਛ ਚਲੇ ਜਾਣਾ, ਬਸ ਉਦਣ ਜਿਹੜਾ ਇੱਕ ਰਹਿਣਾ ਹੈ। ਮੁਕਾਮ ਤਿਸ ਨੂੰ ਆਖੀਏ ਨਾਨਕਾ ਸੱਚ ਬੁਗੋਏ। ਅਕਾਲ ਉਹ ਹੈ ਕਿ ਸਾਰਾ ਕੁਛ ਜਦੋਂ ਖਤਮ ਹੋ ਜਾਣਾ ਉਹਨੇ ਫਿਰ ਵੀ ਰਹਿਣਾ ਹੈ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਅੱਜ ਦੇ ਦਿਨ ਸ਼ਬਦ ਗੁਰੂ ਦੇ ਲੜ ਲਾਇਆ ਔਰ ਜਿੱਥੇ ਸਾਨੂੰ ਹੁਕਮ ਕੀਤਾ। 3 ਬਚਨ ਗੁਰੂ ਧੰਨ ਗੁਰੂ ਨਾਨਕ ਦੇਵ ਜੀ ਨੇ ਕਹੇ ਸਨ ਕਿ ਗੁਰੂ ਕੋ ਸਿੱਖੋ, ਕਿਰਤ ਕਰੋ, ਵੰਡ ਛਕੋ, ਨਾਮ ਜਪੋ। 3 ਬਚਨ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਕਹੇ। ਪੂਜਾ ਅਕਾਲ ਕੀ, ਕਿਉਂਕਿ ਲੋਕ ਦੁਨੀਆ ਦੇ ਵਿੱਚ ਪੂਜਾ ਕਰਦੇ ਨੇ, ਕੋਈ ਪਾਣੀ ਦੀ ਕਰੀ ਜਾ ਰਿਹਾ, ਕੋਈ ਅੱਗ ਦੀ ਕਰਦਾ ਹੈ, ਕੋਈ ਹਵਾ ਦੀ ਕਰੀ ਜਾ ਰਿਹਾ ਹੈ, ਕੋਈ ਦੇਵੀ ਦੇਵਤਿਆਂ ਦੀ ਮੂਰਤੀਆਂ ਬਣਾ ਕੇ ਕਰੀ ਜਾ ਰਿਹਾ ਹੈ। ਪਰ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਜਿੱਥੇ ਆਸਾ ਕੀ ਵਾਰ ਦੇ ਵਿੱਚ ਪਾਵਨ ਬਚਨ ਕਹੇ ਨੇ, ਔਰ ਗੁਰੂ ਸਾਹਿਬ ਜੀ ਨੇ ਸਾਨੂੰ, ਗੁਰੂ ਨਾਨਕ ਸਾਹਿਬ ਜੀ ਨੇ ਇਹ ਸਮਝਾਇਆ ਕਿ ਭਾਈ ਸਾਨੂੰ ਪੂਜਾ ਇਹਨਾਂ ਦੀ ਕਰਨ ਦੀ ਲੋੜ ਨਹੀਂ ਜਿਹੜੇ ਆਪ ਹੀ ਭੈ ਵਿੱਚ ਨੇ। ਪੂਜਾ ਉਹਦੀ ਕਰੋ ਜਿਹੜਾ ਅਕਾਲ ਹੈ ਤੇ ਜਿਹੜਾ ਨਿਰਭਉ ਹੈ। ਉੱਥੇ ਗੁਰੂ ਸਾਹਿਬ ਜੀ ਨੇ ਪਾਵਨ ਬਚਨ ਕਹੇ ਕਿ ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੈ ਲਖ ਦਰਿਆਓ, ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੇ ਦੱਬੇ ਭਾਰ। ਉੱਥੇ ਗੁਰੂ ਸਾਹਿਬ ਜੀ ਕਹਿੰਦੇ ਨੇ ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋ ਕਰੋੜੇ ਚਲਤ ਨੰਦੇ, ਤੇ ਸਾਰੇ ਭੈ ਦੇ ਵਿੱਚ ਨੇ। ਔਰ ਦੁਨੀਆ ਦੇ ਲੋਕ ਕਰਦੇ ਨੇ, ਕੋਈ ਚੰਦਰਮਾ ਦੀ ਪੂਜਾ ਕਰ ਰਹੇ ਹੈ, ਕੋਈ ਸੂਰਜ ਦੀ ਕਰ ਰਹੇ ਹੈ। ਔਰ ਬਾਬਾ ਕਬੀਰ ਜੀ ਨੇ ਤੇ ਇੱਥੋਂ ਤੱਕ ਪਾਵਨ ਬਚਨ ਕਹਿ ਦਿੱਤੇ, ਪੂਜਾ ਅਕਾਲ ਦੀ ਕਰਨੀ ਹੈ। ਪਰ ਕਹਿੰਦੇ ਜੇ ਨਾ ਸਮਝ ਹੋਵੇ ਤੇ ਫਿਰ ਉੱਤੇ ਪਾਵਨ ਬਚਨ ਕਹਿ ਦਿੱਤੇ ਕਿ ਬੁੱਤ ਪੂਜ ਪੁਜ ਹਿੰਦੂ ਮੂਵੇ, ਤੁਰਕ ਮੂਵੇ ਸਰਨਾਈ, ਓਏ ਲੈ ਜਾ ਰੇ ਓਏ ਲੈ ਗਾਡੇ, ਤੇਰੇ ਗੱਤ ਦੋਹ ਨਾ ਪਾਈ। ਬਸ ਕਹਾਣੀ ਖਤਮ ਹੋ ਗਈ, ਉਹਨਾਂ ਨੂੰ ਸਾੜ ਦਿੱਤਾ ਤੇ ਉਹਨਾਂ ਨੂੰ ਦੱਬ ਦਿੱਤਾ। ਹੇ ਰੱਬ ਜੇ ਤੇਰੇ ਗੱਤ, ਤੇਰੇ ਬਾਰੇ ਤੇ ਜਾਣੇ ਕਿਸੇ ਨੇ ਨਹੀਂ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਅੱਜ ਗੁਰੂ ਦੇ ਲੜ ਲਾ ਕੇ, ਸ਼ਬਦ ਗੁਰੂ ਦੇ ਲੜ ਲਾ ਕੇ ਸਾਨੂੰ ਹੁਕਮ ਕਰਦੇ ਨੇ ਕਿ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਔਰ ਅੱਜ ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਹੁਕਮ ਕੀਤਾ ਹੈ ਵੀ ਜਿਨ੍ਹਾਂ ਨੂੰ ਸ਼ਬਦ ਦਾ ਸਵਾਦ ਆ ਜਾਏ ਫਿਰ ਉਹ ਸੇਵਕ ਬਣਦੇ ਨੇ, ਤੇ ਸੇਵਾ ਕੀਤੀ ਹੋਈ ਪ੍ਰਵਾਨ ਵੀ ਉਹਨਾਂ ਦੇ ਜਿਹੜੇ ਸੇਵਕ ਬਣ ਕੇ ਸੇਵਾ ਕਰ ਲੈਣ। ਕੇਵਲ ਅੱਖਰੀ ਅਰਥ ਕਰਕੇ ਸਮਾਪਤੀ ਕੀ ਕਰਨੀ ਹੈ। ਗੁਰ ਕਿਰਪਾ ਤੇ ਨਿਰਮਲ ਹੋਵਾ, ਜਿਨ ਵਿੱਚੋਂ ਆਪ ਗਵਾਇਆ। ਜਿਨ੍ਹਾਂ ਨੂੰ ਸ਼ਬਦ ਦਾ ਸਵਾਦ ਆ ਗਿਆ, ਗੁਰੂ ਦੀ ਕਿਰਪਾ ਨਾਲ ਅੰਦਰੋਂ ਨਿਰਮਲ ਹੋ ਗਿਆ, ਵਿੱਚੋਂ ਆਪ ਗਵਾਇਆ, ਵਿੱਚੋਂ ਆਪਣਾ ਭਾਵ ਕੱਢ ਦਿੱਤਾ। ਔਰ ਸਤਿਗੁਰੂ ਜੀ ਨੇ ਕਿਰਪਾ ਕੀਤੀ, ਨਾਮ ਟਿਕਦਾ ਹੀ ਉਦੋਂ ਹੈ। ਸ਼ਬਦ ਦਾ ਸਵਾਦ ਉਦੋਂ ਹੁੰਦਾ ਹੈ ਜਦੋਂ ਅੰਦਰੋਂ ਆਪਣਾ ਆਪ ਨਿਕਲ ਜਾਏ। ਕਿਉਂਕਿ ਗੁਰੂ ਸਾਹਿਬ ਜੀ ਕਹਿੰਦੇ ਨੇ ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸੈ ਇਕਠਾਏ। ਇਹ ਤਾਂ ਵੀ ਇੱਕ ਨਿਕਲੇਗਾ ਤੇ ਇੱਕ ਆਏਗਾ।
जे ना बवसेगा तो होमे की थां कोई नहीं। जिन्हें अपना गवा लिया, अपना भाव अंदरों कढ़ दे तो निर्मल हो गया। आन दिन गुण गावे नित साचे, गुर कै शब्द सुहाया। फिर वो जोड़े अंदरों निर्मल होंगे ने दिन रात वो सच्चे के गुण नूं गाउंदे ने। गुर कै शब्द सहाया, तो जेड़े शब्द गुरु के लड़ गुरु साहब जी ने सानू लाया, उस शब्द करके वो जीवन सुहावना बन गया, सोहना बन गया। मेरे ठाकुर हम बारक शरण तुम्हारी। धन गुरु अमरदास जी कहते हैं, हे मेरे परमेश्वर, मेरे मालक रब जी, असी सारे तुहाडे बच्चे हैं ते तुहाडी शरण दे विच आए हैं। एको सच्चा सच तू केवल आप मुरारी। हे परमेश्वर जी, केवल ते केवल सदा स्थिर रहने वाला तू आप है। तू आप ही सब दा मालक है, मुरारी, ते आप ही दुष्टा दैतां दा नाश करने वाला है। रहा जागत रहे तिन प्रभ पाया, शब्द हो मैं मारी। जिन्हों ने शब्द के राही अपने अंदर के होमे नूं मार लिया, ते जेड़े जागते रहे, सुचेत रहे विकारां वालों, कहते तिने प्रभ पाया, उन्होंने रब मिलिया है। गिरहे मैं सदा हर जन उदासे, ज्ञान तत्त विचारे। जेड़े जागते ने, जागण तो भाव जेड़े सुचेत रहिंदे ने, जेड़े विकारां वालों सुचेत रहिंदे ने, वो घर गृहस्थी दे विच रह के भी, मोह माया दे विच रह के भी इन्हां तो उदास भाव के निर्लेप रहिंदे ने। क्यों? क्योंकि ज्ञान तत्त विचारे, उन्होंने शब्द के तत्त की विचार कर ली। ये तत्त सार उन्होंने समझ आ गया। सतगुर से सदा सुख पाया, हर राख्या उर धारी। ते सेवक बन के सतगुरु की दसी हुई सेवा करके उन्होंने सदैवी सुख माणिया। क्यों जी? क्योंकि हर राख्या उर धारी, हरि परमात्मा के नाम नूं हिरदे विच धारण करके रखिया। ये मनुआ दह दिस धाम दा, दूजे भाए खुआया। धन गुरु अमरदास सच्चे पातशाह कहते ने, ये मनुआ अल्लड़ मन, ये छेती किते शब्द गुरु के स्वाद नूं जानदा नहीं, इधर नूं टिकदा नहीं, क्योंकि दसां दसावां विच भज्जे फिरदा है और दसां दसावां च भज के खुआर हुंदा है। मन मुख मुग्ध हर नाम न चितै, बिरथा जन्म गवाया। मन तो दसां दसावां च भजदा ही है, तो मन के पिछे पिछे भजन वाले नूं गुरु साहब जी फिर मनमुख कहते हैं। वो मन के पिछे भजन वाला मुग्ध मूर्ख है। हर नाम न चेते, वो मूर्खता विच फिर नाम नूं चेते नहीं करता। बिरथा जन्म गवाया, एक कीमती मनुखा जन्म जिहड़ा है बिरथा गवा के चला गया। सतगुर भेटे ता नाउ पाए, हुण मैं मोह चुकाया। सतगुर भेटे, भेटे का अर्थ मिल जाना। जेड़े गुरु नूं आके मिल गए, जिन्होंने गुरु के दर्शन हो गए, जेड़े गुरु के चरण शरण विच आ गए, सतगुर भेटे ता नाम पाए, उन्होंने गुरु का नाम मिलता है। तो जो नाम आ जाए फिर होमै मूँह चुकाया। अंदरों होमै तो मूँह वाले विकार चले जाते हैं। हर जन साचे साच कमावै, गुर कै शब्द विचारे। इत्थे शब्द हर जन वरते है। शुरू में गुरु साहब जी कहते हैं, सेवक सेव करे सब तेरी। वो हरे दे जन सेवक बन के जेडे सेवा करते हैं, जिन्होंने सेवा को कमा लिया। हर जन साचे साच कमावै, वो सच्चे शब्द की जिन्होंने कमाई कर ली। तो कमाई की किवें जाने, कहते गुर कै शब्द विचार, कि गुरु के शब्द के विचार के राही कमाई होनी पाई। जे सतगुरु जी कहते हैं भाई, जे प्रभु नूं मिलना तो शब्द च खोज। ज्ञानी ज्ञान सिंह जी कहते हैं कि खोज शब्द मैं ले। इत्थे गुरु साहब जी कहते हैं गुर कै शब्द विचारी। गुरु के शब्द के विचार कर, वो परिपूर्ण परमात्मा मिलेगा, उनका भी पता लगेगा कित्थे है। अखेर तो गुरु साहब जी कृपा करते हैं कि विचार भी जो चाहे तो आप करावे, अपने नाल मिलावे भी तो वो अपनी कृपा करे तो मिलाए। आपे मेल लए प्रभ सच है, साच रखिया और उतारी। गुरु के सिख ने तो उस सच्चे परिपूर्ण परमात्मा को हिरदे विच टिका के रखिया है।
पर उस सिमरन नूं टका लेना उहदे नाल उहदी किरपा चाहिए है। आप ही किरपा करके मिलाए तो तां मिलिया जा सकता है। नानक नाम गत मत पाए इहा रस हमारे। नानक धन गुरु अमरदास जी कहते ने नाम ये नन्ने नूं कन्ना वावा हाहे ते पैर च औंकड़ है। नाम ये जिहड़ा शब्द है ना बहुत थावां ते बहुत तरह के नाल हुंदा और जिवें दा प्रकरण है जिवें दा अर्थ निकलता है इनू पढ़िया उस हिसाब नाल ही जाता है। एक शब्द हुंदा नहावो नहाउणा पर इत्थे नामो शब्द है नाम नाम दे राही। नानक नामो गतमत पाई गुरु के नाम के राही गतमत अर्थ उच्ची आत्मक अवस्था मिलती है। और यह रास हमारी एक गुरु का नाम ही साडी रास पूंजी है। ये साडा सरमाया है। सतगुरु जी कृपा करन हुई फुलों की किमा। और 1-2 मिनट होर रसना के नाल हाजरी लवाइए फिर समाप्ति है जी। वाहेगुरु 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 वाहेगुरु। वाहेगुरु वाहेगुरु वाहेगुरु